प्रगट पए गुरु तेग बहादुर सगल शिष्ट पै ਢਾਪੀ ਚਾਦਰ। देश विदेश ਦੇ ਵਿੱਚ ਵਸਦੀਆਂ ਹੋਈਆਂ ਸਿੱਖ ਸੰਗਤਾਂ ਦਾ ਮੈਂ ਸਵਾਗਤ ਕਰਦਾ। ਅੱਜ ਅਸੀਂ ਪ੍ਰੋਗਰਾਮ ਇਤਿਹਾਸ ਦੇ ਪੰਨਿਆਂ ਦੇ ਵਿੱਚੋਂ ਅੱਜ ਗੱਲ ਕਰਾਂਗੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਦਾ ਜੋ ਅੱਜ ਸ਼ਹਾਦਤ ਦਾ ਦਿਹਾੜਾ ਹੈ ਉਸ ਦੇ ਸੰਬੰਧ ਦੇ ਵਿੱਚ। ਸਭ ਤੋਂ ਪਹਿਲਾਂ ਆਓ ਫਤਿਹ ਦੇ ਨਾਲ ਸਾਂਝ ਪਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਦਾ ਆਗਮਨ ਅੰਮ੍ਰਿਤਸਰ ਦੀ ਪਾਵਨ ਧਰਤੀ ਗੁਰਦੁਆਰਾ ਗੁਰੂ ਕੇ ਮਹਿਲ ਦੇ ਪਾਵਨ ਅਸਥਾਨ ਦੇ ਉੱਤੇ ਸਨ 1621 ਦੇ ਵਿੱਚ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਗ੍ਰਹਿ ਵਿਖੇ ਮਾਤਾ ਨਾਨਕੀ ਜੀ ਦੀ ਕੁੱਖ ਤੋਂ ਸਤਿਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ। ਅੰਮ੍ਰਿਤ ਵੇਲੇ ਉਸ ਵੇਲੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਮਹਾਰਾਜ ਇਲਾਹੀ ਬਾਣੀ ਦਾ ਕੀਰਤਨ ਸਰਵਣ ਕਰਦੇ ਪਏ ਸਨ। ਸੇਵਾਦਾਰ ਸਿੱਖ ਨੇ ਆ ਕਰਕੇ ਦੱਸਿਆ ਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦੇ ਘਰ ਪੁੱਤਰ ਨੇ ਜਨਮ ਲਿਆ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਉਸ ਵੇਲੇ ਜਿਹੜੇ ਰਬਾਬੀ ਸਿੱਖ ਸਨ ਉਹਨਾਂ ਨੂੰ ਇਹ ਹੁਕਮ ਕੀਤਾ ਉਸ ਵੇਲੇ ਕਿ ਉਹ ਸ਼ਬਦ ਪੜ੍ਹੋ ਜੋ ਸਾਡੇ ਜਨਮ ਵੇਲੇ ਸਾਡੇ ਪਿਤਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਪੜ੍ਹਿਆ ਸੀ। ਉਹ ਸ਼ਬਦ ਦੇ ਬਚਨ ਸਨ, ਸਤਿਗੁਰ ਸਾਚੇ ਦੀਆ ਭੇਜ, ਚਿਰ ਜੀਵਨ ਉਪਜਿਆ ਸੰਜੋਗ, ਉਧਰੇ ਮਾਹੇ ਆਏ ਕੀਆ ਨਿਵਾਸ, ਮਾਤਾ ਕੈ ਮਨ ਬਹੁਤ ਵਿਗਾਸ। ਉਸ ਵਿੱਚ ਬਚਨ ਸਨ ਕਿ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਗ੍ਰਹਿ ਵਿਖੇ ਜੰਮਿਆ ਪੂਤ ਭਗਤ ਗੋਬਿੰਦ ਕਾ। ਗੁਰੂ ਤੇਗ ਬਹਾਦਰ ਮਹਾਰਾਜ ਗੋਬਿੰਦ ਪਰਮਾਤਮਾ ਦੇ ਭਗਤ ਬਣ ਕਰਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਗ੍ਰਹਿ ਵਿਖੇ ਪ੍ਰਗਟ ਹੋਏ ਹਨ। ਸਮਾਪਤੀ ਤੋਂ ਉਪਰੰਤ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਕੇ ਮਹਿਲ ਅਸਥਾਨ 'ਤੇ ਗਏ। ਬਾਲਕ ਨੂੰ ਆਪਣੀ ਗੋਦ ਵਿੱਚ ਲੈ ਕਰਕੇ ਮਹਾਰਾਜ ਜੀ ਨੇ ਸੀਸ ਨਵਾਇਆ। ਬਾਬਾ ਬਿਧੀ ਚੰਦ ਸਾਹਿਬ ਜੀ ਨੇ ਉਸ ਵੇਲੇ ਬਚਨ ਕਹੇ ਸਨ। ਪੁੱਛਿਆ ਸੀ ਮਹਾਰਾਜ ਆਪ ਜੀ ਦੇ 4 ਸਪੁੱਤਰ ਪਹਿਲੋਂ ਵੀ ਨੇ, ਪਰ ਮਹਾਰਾਜ ਸੱਚੇ ਪਾਤਸ਼ਾਹ ਇਸ ਬਾਲਕ ਜਿਹੜਾ ਜਨਮਿਆ ਹੈ ਇਸ ਦੇ ਜਨਮ 'ਤੇ ਹੀ ਆਪ ਜੀ ਨੇ ਸੀਸ ਕਿਉਂ ਝੁਕਾਇਆ, ਇਹਨੂੰ ਪ੍ਰਣਾਮ ਨਮਸਕਾਰ ਕਿਉਂ ਕੀਤੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਬਚਨ ਸਨ ਕਿ ਇਹ ਪਰਮਾਤਮਾ ਦੀ ਬਖਸ਼ਿਸ਼ ਲੈ ਕਰਕੇ ਆਇਆ ਹੈ। ਸਮਾਂ ਆਏਗਾ ਇਸ ਦੇ ਵਿੱਚ ਗੁਰੂ ਨਾਨਕ ਦੀ ਜੋਤ ਨਿਵਾਸ ਕਰੇਗੀ। ਔਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਇਹ ਬਚਨ ਕਹੇ ਸਨ ਕਿ ਇਹ ਬਾਲਕ ਜਿਹੜਾ ਹੈ ਇਹ ਜ਼ੁਲਮ ਦੇ ਅੱਗੇ ਅੜ ਖਲੋਵੇਗਾ। ਪਰਮਾਤਮਾ ਨੇ ਇਹਨੂੰ ਜ਼ੁਲਮ ਦੀ ਹਨੇਰੀ ਨੂੰ ਰੋਕਣ ਵਾਸਤੇ ਜ਼ੁਲਮ ਦੇ ਅੱਗੇ ਅੜ ਖਲੋਣ ਦੀ ਤਾਕਤ ਬਖਸ਼ਿਸ਼ ਕੀਤੀ ਹੈ। ਸਮਾਂ ਆਇਆ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਨਾਮ ਵੀ ਰੱਖਿਆ ਗਿਆ ਤੇਗ ਬਹਾਦਰ। ਕਈ ਇਤਿਹਾਸਕਾਰ ਜਿਹੜੇ ਨੇ ਉਹ ਲਿਖਦੇ ਨੇ ਤਿਆਗ ਮਲ ਰੱਖਿਆ ਗਿਆ। ਪਰ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜਦੋਂ ਬਚਪਨ ਉਹਨਾਂ ਦਾ ਐਸਾ ਸੀ ਕਿ ਮਹਾਰਾਜ ਜੀ ਦੇ ਜੀਵਨ 'ਚ ਚੰਚਲਤਾਈ ਕਦੀ ਵੀ ਦੇਖਣ ਵਿੱਚ ਨਹੀਂ ਮਿਲੀ। ਗਿਆਨੀ ਗਿਆਨ ਸਿੰਘ ਸਤਿਗੁਰੂ ਮਹਾਰਾਜ ਜੀ ਦਾ ਸਰੂਪ ਲਿਖਦੇ ਨੇ ਕਿ ਮਹਾਰਾਜ ਗੁਰੂ ਤੇਗ ਬਹਾਦਰ ਜੀ ਦੇ ਨੇਤਰ ਜਿਹੜੇ ਸਨ ਹਮੇਸ਼ਾ ਸੇਜਲ ਰਹਿੰਦੇ ਸਨ। ਜਦੋਂ ਮਹਾਰਾਜ ਜੀ ਨੇ ਨੇਤਰ ਖੋਲ੍ਹਣੇ ਉਸ ਵੇਲੇ ਸਤਿਗੁਰੂ ਮਹਾਰਾਜ ਜੀ ਦੀਆਂ ਅੱਖਾਂ ਇਵੇਂ ਪ੍ਰਤੀਤ ਹੋਣੀਆਂ ਜਿਵੇਂ ਹਿਰਨ ਦੀਆਂ ਅੱਖਾਂ ਨੇ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਮੱਥਾ ਜਿਹੜਾ ਸੀ ਉਹ ਉੱਚਾ ਸੀ। ਸਤਿਗੁਰੂ ਮਹਾਰਾਜ ਜੀ ਦਾ ਦਾੜਾ ਜਿਹੜਾ ਸੀ ਉਹ ਵਿਦਵਾਨ ਸੱਜਣ ਲਿਖਦਾ ਹੈ ਕਿ ਚੌਰਸ ਸੀ। ਮਹਾਰਾਜ ਜੀ ਦੀਆਂ ਭੁਜਾਵਾਂ ਬਹੁਤ ਲੰਮੀਆਂ ਸਨ। ਜਿਵੇਂ ਇਤਿਹਾਸ ਦੇ ਜਿਹੜੇ ਪੱਖ ਕਈ ਸਾਨੂੰ ਮਿਲਦੇ ਨੇ ਕਿ ਸਤਿਗੁਰੂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਚੋਲਾ ਮਿਲਦਾ ਹੈ ਨਾ ਜਿਹੜਾ, ਉਸ ਚੋਲੇ ਦੀ ਬਾਹਾਂ ਦੀ ਲੰਬਾਈ ਜਿਹੜੀ ਹੈ ਉਹ 42 ਇੰਚ ਹੈ। ਭਾਵ ਕਿ 42 ਇੰਚ ਲੰਮੀਆਂ ਬਾਹਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀਆਂ ਸਨ, ਜਿਨ੍ਹਾਂ ਨੂੰ ਭਾਈ ਗੁਰਦਾਸ ਸਾਹਿਬ ਜੀ ਆਖਦੇ ਨੇ ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਰਉਪਕਾਰੀ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਪੁੱਤਰ ਗੁਰੂ ਤੇਗ ਬਹਾਦਰ ਮਹਾਰਾਜ ਉਹ ਬਹੁਤ ਭਾਰੀ ਅਤੇ ਲੰਮੀਆਂ ਭੁਜਾਵਾਂ ਨੇ ਉਹਨਾਂ ਦੀਆਂ। ਮਹਾਰਾਜ ਸੱਚੇ ਪਾਤਸ਼ਾਹ ਬਚਪਨ ਦੇ ਵਿੱਚ ਇੱਕ ਘਟਨਾ ਮਿਲਦੀ ਹੈ। ਗਿਆਨੀ ਗਿਆਨ ਸਿੰਘ ਜੀ ਲਿਖਦੇ ਨੇ ਕਿ ਜਿਸ ਵੇਲੇ ਬਾਬਾ ਗੁਰਦਿੱਤਾ ਸਭ ਤੋਂ ਵੱਡੇ ਭਰਾ ਜਿਹੜੇ ਨੇ ਉਹਨਾਂ ਦਾ ਵਿਆਹ ਦਾ ਸਮਾਗਮ ਹੈ, ਮਾਤਾ ਨਾਨਕੀ ਜੀ ਨੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਤਿਆਰ ਕੀਤਾ। ਬਹੁਤ ਸੋਹਣਾ ਚੋਲਾ ਪਾਇਆ ਗਿਆ। ਤਿਆਰ ਹੋ ਕਰਕੇ ਜਦੋਂ ਬਾਹਰ ਗਏ ਤੇ ਬਾਹਰ ਕੀ ਦੇਖਿਆ ਕਿ ਇੱਕ ਬੱਚਾ, ਇੱਕ ਬਾਲਕ ਜਿਹੜਾ ਸੀ ਉਹਦੇ ਧੜ 'ਤੇ ਕੱਪੜੇ ਕੋਈ ਨਹੀਂ ਸੀ, ਨੰਗੇ ਧੜ ਉਹ ਖਲੋਤਾ ਹੈ। ਮਹਾਰਾਜ ਗੁਰੂ ਤੇਗ ਬਹਾਦਰ 5 ਸਾਲ ਦੀ ਸਰੀਰਕ ਆਰਵਲਾ। ਮਹਾਰਾਜ ਪੁੱਛਦੇ ਨੇ ਕਿ ਤੇ ਦੇਖ ਤੈਨੂੰ ਠੰਡ ਨਹੀਂ ਲੱਗਦੀ, ਤੂੰ ਸਰੀਰ ਦੇ ਉੱਤੇ ਕੱਪੜੇ ਕਿਉਂ ਨਹੀਂ ਪਹਿਨੇ? ਉਹਨੇ ਹੱਥ ਜੋੜ ਕੇ ਆਖਿਆ, ਕਹਿਣ ਲੱਗਾ ਕਿ ਗੁਰੂ ਕਿਸ ਪੁੱਤਰ
ਸਾਡੇ ਘਰ ਦੇ ਵਿੱਚ ਇੰਨਾ ਧਨ ਦੌਲਤ ਨਹੀਂ ਕਿ ਅਸੀਂ ਕੱਪੜੇ ਖਰੀਦ ਸਕੀਏ, ਸਾਡੇ ਘਰ ਦੇ ਵਿੱਚ ਪੈਸੇ ਨਹੀਂ ਮੇਰੇ ਪਿਤਾ ਮਾਤਾ ਦੇ ਕੋਲ ਕਿ ਉਹ ਮੈਨੂੰ ਕੱਪੜੇ ਲੈ ਕੇ ਦੇ ਸਕਣ, ਇਸ ਕਰਕੇ ਇਹ ਸਰਦੀ ਨੂੰ ਮੈਂ ਆਪਣੇ ਤਨ ਤੇ ਹੰਡਾਉਂਦਾ ਪਿਆ ਹੈ। ਉਸੇ ਵੇਲੇ ਗੁਰੂ ਤੇਗ ਬਹਾਦਰ ਮਹਾਰਾਜ ਬਚਪਨ ਦੇ ਵਿੱਚ ਮਹਾਰਾਜ ਜੀ ਨੇ ਆਪਣਾ ਜਿਹੜਾ ਚੋਲਾ ਸੀ ਵਿਆਹ ਦੇਖਣ ਵਾਸਤੇ ਪਹਿਨਿਆ ਹੋਇਆ ਸੀ, ਉਹ ਚੋਲੇ ਨੂੰ ਉਤਾਰ ਕਰਕੇ ਤੇ ਉਸ ਬਾਲਕ ਨੂੰ ਦੇ ਦਿੱਤਾ। ਤੇ ਉਸ ਬਾਲਕ ਨੂੰ ਚੋਲਾ ਦੇਣ ਤੋਂ ਬਾਅਦ ਵਿੱਚ ਜਦੋਂ ਵਾਪਸ ਘਰੇ ਆਏ ਤੇ ਮਾਤਾ ਨਾਨਕੀ ਜੀ ਨੇ ਪੁੱਛਿਆ, ਕਹਿਣ ਲੱਗੇ ਬੇਟਾ ਜੀ ਲਾਲ ਜੀ ਉਹ ਜਿਹੜਾ ਚੋਲਾ ਤੁਹਾਨੂੰ ਦੇ ਕੇ ਭੇਜਿਆ ਸੀ ਉਹ ਚੋਲਾ ਕਿੱਥੇ ਹੈ? ਤੇ ਸਤਿਗੁਰੂ ਮਹਾਰਾਜ ਕਹਿੰਦੇ ਮਾਂ ਜੀ ਉਹ ਮੈਂ ਦੇਖਿਆ ਸੀ ਇੱਕ ਬਾਲਕ, ਠੰਡ ਲੱਗਦੀ ਸੀ ਉਹਨੂੰ, ਮੈਂ ਉਹਨੂੰ ਦੇ ਆਇਆ ਤੇ ਮੈਂ ਸੋਚਦਾ ਆ ਕਿ ਮੇਰੀ ਮਾਂ ਮੈਨੂੰ ਹੋਰ ਵੀ ਚੋਲਾ ਲੈ ਕੇ ਦੇ ਦੇਵੇਗੀ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕੋਲ ਖਲੋਤੇ ਮੁਸਕਰਾਏ। ਮਾਤਾ ਜੀ ਨੇ ਪੁੱਛਿਆ, ਕਹਿਣ ਲੱਗੇ ਇੱਕ ਤਾਂ ਮੈਂ ਤਿਆਰ ਕਰਕੇ ਭੇਜਿਆ ਸੀ, ਫਿਰ ਇਹ ਚੋਲਾ ਦੇ ਕੇ ਬਾਹਰ ਕਿਸੇ ਨੂੰ ਆ ਗਿਆ ਤੇਗ ਬਹਾਦਰ, ਤੇ ਤੁਸੀਂ ਮੁਸਕਰਾਉਂਦੇ ਹੋ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਇਸ ਘਟਨਾ ਨੂੰ ਦੇਖ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਖਦੇ ਨੇ, ਕਹਿਣ ਲੱਗੇ ਨਾਨਕੀ ਇਹ ਸਮਾਂ ਅੱਜ ਇਸ ਤਰ੍ਹਾਂ ਦਾ ਆਇਆ ਕਿ ਕਿਸੇ ਨੂੰ ਤਨ ਦੇ ਉੱਤੇ ਪਹਿਨੇ ਹੋਏ ਚੋਲੇ ਦੀ ਲੋੜ ਸੀ ਤੇ ਇਹਨੇ ਦੇਣ ਤੋਂ ਗੁਰੇਜ਼ ਨਹੀਂ ਕੀਤਾ, ਇੱਕ ਛਿਨ ਨਹੀਂ ਲਾਇਆ। ਪਰ ਜਿੱਦਣ ਸਮਾਂ ਆਇਆ ਜੇ ਸਰੀਰ ਦਾ ਚੋਲਾ ਵੀ ਦੇਣਾ ਪਿਆ ਤੇ ਇਹ ਕਦੀ ਪੈਰ ਪਿੱਛੇ ਨਹੀਂ ਹਟਾਵੇਗਾ। ਸਮਾਂ ਬੀਤਦਾ ਗਿਆ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੇ 13 ਸਾਲ ਦੀ ਉਮਰ ਦੇ ਵਿੱਚ ਕਰਤਾਰਪੁਰ ਦੇ ਅੰਦਰ ਜੰਗ ਲੜੀ, ਜਿੱਥੇ ਵਿਦਵਾਨਾਂ ਨੇ ਫਿਰ ਇਹ ਕਿਹਾ ਬਚਨ ਕਿ ਇਸ ਜੰਗ ਤੋਂ ਬਾਅਦ ਵਿੱਚ ਸਤਿਗੁਰੂ ਮਹਾਰਾਜ ਜੀ ਦੇ ਨਾਮ ਦੇ ਨਾਲ ਬਹਾਦਰ ਸ਼ਬਦ ਲਾਇਆ। ਤੇਗ ਬਹਾਦਰ ਉਸ ਵੇਲੇ ਕਿਹਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਕੀਰਤਪੁਰ ਸਾਹਿਬ ਦੀ ਧਰਤੀ ਤੇ ਜੋਤੀ ਜੋਤ ਸਮਾਉਂਦੇ ਨੇ ਤੇ ਗੁਰੂ ਹਰਿਰਾਏ ਸਾਹਿਬ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ। ਮਹਾਰਾਜ ਜੀ ਨੇ ਹੁਕਮ ਕੀਤਾ ਕਿ ਤੇਗ ਬਹਾਦਰ ਜੀ, ਨਾਨਕੀ ਜੀ, ਮਾਤਾ ਗੁਜਰੀ ਜੀ, ਉਸ ਵੇਲੇ ਉਹਨਾਂ ਨੂੰ ਹੁਕਮ ਪਰਿਵਾਰ ਨੂੰ ਕੀਤਾ ਕਿ ਤੁਸੀਂ ਬਕਾਲੇ ਨਗਰ ਵਿੱਚ ਚਲੇ ਜਾਣਾ ਹੈ। ਬਕਾਲਾ ਨਗਰ ਜਿਹੜਾ ਹੈ ਉਹ ਮਾਤਾ ਨਾਨਕੀ ਜੀ ਦਾ ਪੇਕਾ ਪਿੰਡ ਹੈ। ਬਕਾਲਾ ਨਗਰ ਜਿਹੜਾ ਹੈ ਉਹ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਨਾਨਕੇ ਪਿੰਡ ਨੇ। ਸਤਿਗੁਰੂ ਮਹਾਰਾਜ ਪਾਤਸ਼ਾਹ ਲੰਮਾ ਸਮਾਂ ਫਿਰ ਇਸ ਜਗ੍ਹਾ ਤੇ ਰਹੇ। ਇਸੇ ਹੀ ਅਸਥਾਨ ਗੁਰੂ ਹਰਿਰਾਏ ਜਦੋਂ ਜੋਤੀ ਜੋਤ ਸਮਾਉਂਦੇ ਨੇ, ਗੁਰੂ ਹਰਕ੍ਰਿਸ਼ਨ ਮਹਾਰਾਜ ਗੁਰਤਾ ਗੱਦੀ ਤੇ ਬੈਠੇ। ਜਿਸ ਦਿਨ ਗੁਰੂ ਹਰਕ੍ਰਿਸ਼ਨ ਮਹਾਰਾਜ ਗੁਰਤਾ ਗੱਦੀ ਤੇ ਅਖੀਰਲਾ ਸਮਾਂ ਉਹਨਾਂ ਨੇ ਬਤੀਤ ਕੀਤਾ, ਜੋਤੀ ਜੋਤ ਸਮਾਉਣ ਤੋਂ ਪਹਿਲਾਂ ਬਚਨ ਕਹੇ ਸੀ, ਬਾਬਾ ਬਸੇ ਗ੍ਰਾਮ ਬਕਾਲੇ ਬਨ ਗੁਰ ਸੰਗਤ ਸਗਲ ਸੰਭਾਲੇ। ਗੁਰੂ ਤੇਗ ਬਹਾਦਰ ਮਹਾਰਾਜ ਗੁਰਤਾ ਗੱਦੀ ਤੇ ਬੈਠੇ, ਪਰ ਬਾਬੇ ਬਕਾਲੇ ਦੀ ਧਰਤੀ ਤੇ 22 ਮੰਜੀਆਂ ਲੱਗੀਆਂ। ਤੀਰ ਮੱਲੀ ਜਿਹੜੇ ਸਨ ਉਹ ਸਭ ਤੋਂ ਵੱਡੇ ਦਾਅਵੇਦਾਰ ਬਣੇ ਕਿ ਅਸੀਂ ਗੁਰੂ ਨਾਨਕ, ਅਸੀਂ ਗੁਰੂ ਰਾਮਦਾਸ ਦੇ ਪਰਿਵਾਰ ਦੇ ਵਿੱਚੋਂ ਆ, ਸਾਡਾ ਹੱਕ ਬਣਦਾ ਹੈ। ਤੇ ਇਸ ਕਰਕੇ ਗੁਰੂ ਹਰਕ੍ਰਿਸ਼ਨ ਮਹਾਰਾਜ ਸਾਨੂੰ ਗੁਰਤਾ ਗੱਦੀ ਦੇ ਕਰਕੇ ਗਏ ਨੇ। ਉਸ ਵੇਲੇ ਫਿਰ ਘਟਨਾ ਵੀ ਵਾਪਰੀ ਕਿ ਬਾਬਾ ਮੱਖਣ ਸ਼ਾਹ ਲੁਬਾਣੇ ਦਾ ਜਹਾਜ਼ ਜਿਹੜਾ ਸੀ ਉਹ ਬਰੇਤਾ ਵਿੱਚ ਫਸਿਆ। ਅਰਦਾਸ ਕੀਤੀ, ਜਹਾਜ਼ ਕੰਢੇ ਤੇ ਲੱਗਾ। ਬਾਬਾ ਮੱਖਣ ਸ਼ਾਹ ਲੁਬਾਣਾ ਜਿਹੜਾ ਸੀ ਉਹਨੇ ਭੇਟਾ ਲੈ ਕਰਕੇ ਜਦੋਂ ਦਿੱਲੀ ਪਹੁੰਚਿਆ ਤੇ ਪਤਾ ਲੱਗਿਆ ਕਿ ਮਹਾਰਾਜ ਜੋਤੀ ਜੋਤ ਸਮਾ ਚੁੱਕੇ ਨੇ। ਅਗਲੀ ਜੋਤ ਜਿਹੜੀ ਹੈ ਉਹ ਬਾਬੇ ਬਕਾਲੇ ਦੇ ਵਿੱਚ ਹੈ। ਉਸ ਵੇਲੇ ਮੱਖਣ ਸ਼ਾਹ ਲੁਬਾਣਾ ਆਪਣੇ ਨਾਲ ਬਹੁਤ ਸਾਰੀ ਸੰਗਤ ਪਰਿਵਾਰ ਲੈ ਕਰਕੇ ਉੱਥੇ ਆਇਆ ਤੇ ਉੱਥੇ ਪਰਖ ਕੀਤੀ ਗਈ ਕਿ ਬਾਈਆਂ ਦੇ ਅੱਗੇ 2-2 ਮੋਹਰਾਂ ਰੱਖ ਕੇ ਉਹਨੇ ਜਿਹੜਾ ਸੀ ਨਮਸਕਾਰ ਕੀਤੀ। ਸਾਰਿਆਂ ਨੇ ਜਿਹੜਾ ਸੀ ਅਸੀਸ ਦਿੱਤੀ। ਜਿਹੜਾ ਧੀਰ ਮਲ ਸੀ ਉਹਦੇ ਅੱਗੇ 5 ਮੋਹਰਾਂ ਰੱਖੀਆਂ। ਉਹਨੇ ਸਰੋਪਾ ਵੀ ਦਿੱਤਾ ਬਾਬਾ ਮੱਖਣ ਸ਼ਾਹ ਲੁਬਾਣੇ ਨੂੰ, ਪਰ ਬਾਬਾ ਮੱਖਣ ਸ਼ਾਹ ਦਾ ਮਨ ਕਹਿੰਦਾ ਸੀ ਕਿ ਇਹਨਾਂ ਵਿੱਚੋਂ ਗੁਰੂ ਕੋਈ ਨਹੀਂ ਆ। ਇਹ ਸਾਰੇ 2-2 5-5 ਮੋਹਰਾਂ ਦੇ ਭੁੱਖੇ ਨੇ, ਇਹਨਾਂ ਦੀ ਭੁੱਖ ਕੇਵਲ ਇਤਨੀ ਮੋਹਰਾਂ ਤੱਕ ਸੀਮਿਤ ਆ। ਪਰ ਜਿਸ ਵੇਲੇ ਪੁੱਛਿਆ ਤੇ ਪਤਾ ਲੱਗਿਆ ਕਿ ਸਤਿਗੁਰੂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਪੁੱਤਰ ਤੇਗ ਬਹਾਦਰ ਜੀ ਉਹ ਵੀ ਇੱਥੇ ਨੇ ਤੇ ਉਹ ਇੱਥੇ ਰਹਿ ਕਰਕੇ ਬੰਦਗੀ ਦੇ ਵਿੱਚ ਹਮੇਸ਼ਾ ਜੁੜੇ ਰਹਿੰਦੇ ਨੇ। ਉਹਨਾਂ ਦੇ ਕੋਲ ਦਰਸ਼ਨ ਵਾਸਤੇ ਗਏ, 5 ਮੋਹਰਾਂ ਰੱਖ ਕੇ ਨਮਸਕਾਰ ਕੀਤੀ ਤੇ ਉਸ ਵੇਲੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਕਿਹਾ ਸੀ, ਮੱਖਣ ਸ਼ਾਹ ਗੱਲ ਮੋਹਰਾਂ ਦੀ ਨਹੀਂ, ਤੂੰ ਅਰਦਾਸ ਕਰਦਿਆਂ ਕਿਹਾ ਸੀ ਕਿ 500 ਭੇਟ ਕਰਾਂਗਾ, ਪਰ ਅੱਜ 5 ਕਰਦਾ ਪਿਆ ਏ। ਮੋਢੇ ਤੋਂ ਚਾਦਰਾ ਲਾ ਕਰਕੇ ਵੀ ਦਿਖਾਇਆ ਸੀ। ਕਹਿਣ ਲੱਗੇ ਆ ਦੇਖ ਅਜੇ ਕਾਸੀ ਮੋਢੇ ਦੇ ਉੱਤੇ ਲੱਗੀ ਹੋਈ ਆ, ਤੇਰੇ ਜਹਾਜ਼ ਨੂੰ ਅਸੀਂ ਮੋਢਾ ਦੇ ਕਰਕੇ ਅਸੀਂ ਉਹਨੂੰ ਬੰਨੇ ਲਾਇਆ। ਮੱਖਣ ਸ਼ਾਹ ਲੁਬਾਣੇ ਨੇ ਕੋਠੇ ਉੱਤੇ ਚੜ੍ਹ ਕਰਕੇ ਬਹੁਤ ਉੱਚੀ ਆਵਾਜ਼ ਦੇ ਵਿੱਚ ਕਿਹਾ ਸੀ ਕਿ ਸਾਚਾ ਗੁਰੂ ਲਾਧੋ ਰੇ ਭੁੱਲੀਏ ਸੰਗਤੇ, ਸਾਚਾ ਗੁਰੂ ਲਾਧੋ ਰੇ। ਮਹਾਰਾਜ ਉੱਥੋਂ ਵੱਖ-ਵੱਖ ਪਿੰਡਾਂ ਦੇ ਵਿੱਚ ਵੀ ਗਏ।
ਮੱਖਣ ਸ਼ਾਹ ਲੁਬਾਣੇ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ, ਹਾਲਾਂਕਿ ਚਲੋ ਘਟਨਾ ਬਹੁਤ ਸਾਰੀਆਂ ਨੇ, ਮਹਾਰਾਜ ਦੇ ਉੱਤੇ ਗੋਲੀ ਵੀ ਚਲਾਈ ਗਈ, ਧੀਰ ਮੱਲੀਏ ਨੂੰ ਉਹਦੀਆਂ ਮੁਸ਼ਕਾਂ ਬੰਨ ਕਰਕੇ ਮੱਖਣ ਸ਼ਾਹ ਲੁਬਾਣੇ ਨੇ ਪੇਸ਼ ਵੀ ਕਰ ਦਿੱਤਾ। ਪਰ ਅਸੀਂ ਸ਼ਹਾਦਤ ਤੱਕ ਦੀ ਅੱਜ ਗੱਲ ਕਰਨੀ ਹੈ। ਮਹਾਰਾਜ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਪਹੁੰਚੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਅੰਮ੍ਰਿਤਸਰ ਪਹੁੰਚਦੇ ਨੇ ਤੇ ਪੁਜਾਰੀ ਮੀਨਿਆਂ ਨੇ, ਮਸੰਦਾਂ ਨੇ ਜਿਹੜਾ ਸੀ ਉਹ ਦਰਵਾਜ਼ੇ ਬੰਦ ਕਰ ਦਿੱਤੇ। ਹਰਜੀ ਮੀਨਾ ਉਸ ਵੇਲੇ ਪ੍ਰਬੰਧਕ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਉੱਥੋਂ ਇਸ਼ਨਾਨ ਕਰਕੇ ਥੜਾ ਸਾਹਿਬ ਅਕਾਲ ਤਖਤ ਸਾਹਿਬ ਦੇ ਨਾਲ ਕੋਲ ਅਸਥਾਨ ਜਿਹੜਾ ਹੈ ਉੱਥੇ ਮਹਾਰਾਜ ਕੁਝ ਸਮਾਂ ਬੈਠੇ। ਮਹਾਰਾਜ ਵੱਲੇ ਗਏ। ਮਹਾਰਾਜ ਇਸ ਤੋਂ ਉਪਰੰਤ ਜਿਹੜਾ ਹੈ ਵੱਖ-ਵੱਖ ਪੜਾਵਾਂ 'ਚੋਂ ਲੰਘਦੇ ਹੋਏ ਸੱਚੇ ਪਾਤਸ਼ਾਹ ਮਹਾਰਾਜ ਕੀਰਤਪੁਰ ਸਾਹਿਬ ਦੀ ਧਰਤੀ 'ਤੇ ਪਹੁੰਚੇ। ਤੇ ਜਿੱਥੇ ਮਹਾਰਾਜ ਜੀ ਦੇ ਮਨ ਦੇ ਵਿੱਚ ਇਹ ਵਿਚਾਰ ਸੀ ਕਿ ਅਸੀਂ ਇੱਕ ਨਵਾਂ ਨਗਰ ਵਸਾਵਾਂਗੇ, ਮਹਾਰਾਜ ਨੇ ਮਾਖੋਵਾਲ ਦੀ ਜ਼ਮੀਨ 500 ਰੁਪਏ ਮੁੱਲ ਖਰੀਦੀ ਔਰ ਮੋੜੀ ਗੱਡ ਕੇ ਉਸ ਨਗਰ ਦਾ ਨਾਮ ਰੱਖ ਦਿੱਤਾ ਚੱਕ ਨਾਨਕੀ। ਆਪਣੇ ਮਾਤਾ ਜੀ ਦੇ ਨਾਮ ਤੇ ਨਾਮ ਰੱਖਿਆ। ਸਤਿਗੁਰੂ ਮਹਾਰਾਜ ਜੂਨ 1665 ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਇਸ ਨਗਰ ਨੂੰ ਵਸਾਉਂਦੇ ਨੇ। ਚੱਕ ਨਾਨਕੀ ਵਸਾਉਣ ਤੋਂ ਬਾਅਦ ਵਿੱਚ ਸਤਿਗੁਰੂ ਮਹਾਰਾਜ ਪੂਰਬ ਦੇ ਦੌਰੇ 'ਤੇ ਗਏ, ਜਿਸ ਸਮੇਂ ਦੇ ਦੌਰਾਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਗੋਬਿੰਦ ਰਾਏ ਦੇ ਰੂਪ ਦੇ ਵਿੱਚ ਪਟਨਾ ਸਾਹਿਬ ਦੀ ਧਰਤੀ 'ਤੇ ਪ੍ਰਕਾਸ਼ ਹੋਇਆ। ਉਸ ਵੇਲੇ ਵੀ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਅਸਾਮ ਬੰਗਾਲ ਦੇ ਦੌਰੇ 'ਤੇ ਰਹੇ। 5 ਸਾਲ ਬਾਅਦ ਆਪਣੇ ਪੁੱਤਰ ਦੇ ਜਨਮ ਤੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਉਸ ਵੇਲੇ 5 ਸਾਲਾਂ ਦੇ ਹੋ ਚੁੱਕੇ ਸਨ ਜਦੋਂ ਮਹਾਰਾਜ ਪਹਿਲੀ ਵਾਰੀ ਆ ਕਰਕੇ ਆਪਣੇ ਪੁੱਤਰ ਨੂੰ ਮਿਲਦੇ ਆ। ਇਸ ਤੋਂ ਬਾਅਦ ਵਿੱਚ ਸਤਿਗੁਰੂ ਮਹਾਰਾਜ ਪੰਜਾਬ ਆਉਂਦੇ ਨੇ ਤੇ ਮਹਾਰਾਜ ਨੇ ਹੁਕਮ ਕਰ ਦਿੱਤਾ ਸੀ ਕਿ ਤੁਸੀਂ ਵੀ ਪਰਤ ਕੇ ਪੰਜਾਬ ਆਇਓ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ, ਮਾਤਾ ਨਾਨਕੀ ਜੀ, ਮਾਤਾ ਗੁਜਰੀ, ਸਮੁੱਚਾ ਪਰਿਵਾਰ ਜਿਹੜਾ ਸੀ ਉਹ ਪਟਨੇ ਸਾਹਿਬ ਦੀ ਧਰਤੀ ਤੋਂ ਚੱਲਿਆ ਤੇ ਅਨੰਦਪੁਰ ਸਾਹਿਬ ਪਹੁੰਚਿਆ, ਚੱਕ ਨਾਨਕੀ ਪਹੁੰਚਿਆ। ਸੰਗਤ ਨੇ ਸਤਿਗੁਰ ਦੇ ਪੁੱਤਰ ਦੀ ਆਉਣ ਦੀ ਖੁਸ਼ੀ ਦੇ ਵਿੱਚ ਬੜੇ ਹੀ ਪਿਆਰ ਦੇ ਨਾਲ ਆਨੰਦ ਸਾਹਿਬ ਦਾ ਕੀਰਤਨ ਕੀਤਾ ਤੇ ਗੁਰੂ ਗੋਬਿੰਦ ਰਾਏ ਜੀ ਨੇ ਸੱਚੇ ਪਾਤਸ਼ਾਹ ਮਹਾਰਾਜ ਨੇ ਉਸ ਵੇਲੇ ਕਿਹਾ ਕਿ ਇਸ ਨਗਰ ਦਾ ਨਾਮ ਵੀ ਆਨੰਦ ਦੀ ਪੁਰੀ ਰੱਖਿਆ ਜਾਵੇ। ਆਨੰਦਪੁਰ ਸਾਹਿਬ ਉਸ ਵੇਲੇ ਨਾਮਕਰਨ ਕੀਤਾ ਗਿਆ। ਸਤਿਗੁਰੂ ਮਹਾਰਾਜ ਦੇ ਥੋੜ੍ਹਾ ਹੀ ਸਮਾਂ ਇੱਥੇ ਆਨੰਦਪੁਰ ਸਾਹਿਬ ਦੇ ਵਿੱਚ ਹੋਰ ਬਤੀਤ ਹੋਇਆ। ਉਧਰ ਮੁਗਲ ਸਾਮਰਾਜ ਜਿਹੜਾ ਸੀ ਔਰੰਗਜ਼ੇਬ ਤਖਤ 'ਤੇ ਬੈਠ ਕਰਕੇ ਉਹ ਚਾਹੁੰਦਾ ਸੀ ਕਿ ਮੈਂ ਮੁਸਲਮਾਨਾਂ ਨੂੰ ਖੁਸ਼ ਕਰ ਸਕਾਂ। ਉਹਨੇ ਜ਼ਬਰੀ ਲੋਕਾਂ ਦਾ ਧਰਮ ਤਬਦੀਲ ਕਰਨਾ ਸ਼ੁਰੂ ਕੀਤਾ ਤੇ ਇਸ ਦੀ ਸ਼ੁਰੂਆਤ ਜਿਹੜੀ ਸੀ ਕਸ਼ਮੀਰ ਤੋਂ ਕੀਤੀ ਆ। ਕਸ਼ਮੀਰ ਇੱਕ ਤਾਂ ਦੂਜੇ ਪਾਸੇ ਅਫਗਾਨਿਸਤਾਨ ਲਾਗੇ ਲੱਗਦਾ ਸੀ ਕਿ ਜੇ ਵਿਰੋਧ ਹੋਇਆ ਤੇ ਜਹਾਦ ਦਾ ਨਾਮ ਦੇ ਕੇ ਕਤਲ ਕਰਾਂਗੇ, ਤੇ ਜੇ ਮੰਨ ਜਾਣ ਤੇ ਇੱਥੇ ਵਿਦਵਾਨ ਬਹੁਤ ਨੇ, ਜੇ ਵਿਦਵਾਨ ਮੰਨ ਜਾਏ ਤੇ ਆਮ ਲੋਕ ਆਪੇ ਹੀ ਮੰਨ ਜਾਂਦੇ ਨੇ। ਸਨ 1675 ਆ ਚੁੱਕਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਆਨੰਦਪੁਰ ਸਾਹਿਬ ਦੀ ਧਰਤੀ 'ਤੇ ਨੇ, ਜਿੱਥੇ ਅੱਜ ਅਸੀਂ ਅਸਥਾਨ ਦੇਖਦੇ ਹਾਂ ਗੁਰਦੁਆਰਾ ਭੋਰਾ ਸਾਹਿਬ। ਭੋਰਾ ਸਾਹਿਬ ਗੁਰਦੁਆਰਾ ਮਹਾਰਾਜ ਜੀ ਦੀ ਰਿਹਾਇਸ਼ ਆ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਉੱਥੇ ਬੈਠੇ ਨੇ ਤੇ ਕਿਰਪਾ ਰਾਮ ਦੱਤ ਜਿਹੜਾ ਕਸ਼ਮੀਰੀ ਪੰਡਤਾਂ ਦਾ ਮੁਖੀ ਬਣ ਕਰਕੇ ਆਇਆ ਸੀ, ਕਿਉਂਕਿ ਉਹਨੇ ਦੇਖਿਆ, ਕਹਿਣ ਲੱਗਾ ਕੋਈ ਰਾਜਪੂਤ ਸਾਡੇ ਹੱਕ ਵਿੱਚ ਨਹੀਂ ਖੜੇਗਾ, ਕੋਈ ਸਾਧੂ ਕੋਈ ਸੰਤ ਸਾਡੇ ਹੱਕ ਵਿੱਚ ਨਹੀਂ ਖੜੇਗਾ, ਕੋਈ ਵੀ ਐਸਾ ਨਹੀਂ ਦਿਖਦਾ। ਸਾਰੇ ਪਾਸੇ ਅਸੀਂ ਨਿਗਾਹ ਦੌੜਾ ਕੇ ਦੇਖ ਲਈ, ਭੱਜ ਨੱਠ ਕਰਕੇ ਦੇਖੀ, ਕੋਈ ਵੀ ਐਸਾ ਨਹੀਂ ਜਿਹੜਾ ਸਾਡੀ ਬਾਂਹ ਫੜ ਸਕੇ। ਪਰ ਇੱਕੋ ਹੀ ਘਰ ਆ, ਉਹ ਹੈ ਗੁਰੂ ਨਾਨਕ ਦੇਵ ਜੀ ਦਾ ਘਰ। ਗੁਰੂ ਨਾਨਕ ਦੇਵ ਮਹਾਰਾਜ ਉਹ ਸਤਿਗੁਰੂ ਨੇ ਜਿਨ੍ਹਾਂ ਬਾਬਰ ਨੂੰ ਜਾਬਰ ਕਹਿ ਕੇ ਪੁਕਾਰਿਆ। ਸਤਿਗੁਰੂ ਮਹਾਰਾਜ ਜੀ ਦਾ ਘਰ ਐਸਾ ਹੈ, ਗੁਰੂ ਅੰਗਦ ਦੇਵ ਮਹਾਰਾਜ ਨੇ ਉਹਨਾਂ ਨੇ ਹਮਾਯੂੰ ਨੂੰ ਕਿਹਾ ਸੀ ਤਲਵਾਰ ਮਿਆਨ ਵਿੱਚ ਰੱਖ, ਜਿੱਥੇ ਤਲਵਾਰ ਕੱਢਣੀ ਸੀ ਉੱਥੇ ਕਿਉਂ ਨਹੀਂ ਕੱਢੀ। ਅਕਬਰ ਬਾਦਸ਼ਾਹ ਗੁਰੂ ਅਮਰਦਾਸ ਜੀ ਦੇ ਦਰਬਾਰ ਵਿੱਚ ਨਤਮਸਤਕ ਹੁੰਦਾ ਰਿਹਾ। ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਨੂੰ ਤਸੀਹੇ ਤਾਂ ਦਿੱਤੇ ਗਏ ਪਰ ਉਹ ਧਰਮ ਤੋਂ ਡੋਲੇ ਨਹੀਂ, ਉਹ ਅੱਗੇ ਅੜ ਖਲੋਤੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਇਹਨਾਂ ਨਾਲ 4 ਜੰਗਾਂ ਲੜੀਆਂ ਨੇ। ਸਤਿਗੁਰੂ ਗੁਰੂ ਹਰਿਰਾਏ ਸਾਹਿਬ ਮਹਾਰਾਜ ਉਹਨਾਂ ਨੇ ਵੀ ਜਿਹੜਾ ਭਾਵੇਂ ਜੰਗ ਤੇ ਨਹੀਂ ਲੜੀ ਪਰ 2200 ਘੋੜ ਸਵਾਰ ਰੱਖ ਛੱਡਿਆ। ਕਿਸੇ ਦੀ ਹਿੰਮਤ ਨਹੀਂ ਪਈ ਕਿ ਉਹਨਾਂ ਵੱਲੇ ਅੱਖ ਚੁੱਕ ਕਰਕੇ ਦੇਖ ਸਕੇ। ਗੁਰੂ ਹਰਕ੍ਰਿਸ਼ਨ ਮਹਾਰਾਜ ਜੇਕਰ ਦਿੱਲੀ ਗਏ ਨੇ ਤੇ ਉਹ ਔਰੰਗਜ਼ੇਬ ਜਿਹੜਾ ਸੀ ਉਹ 2.5 ਘੜੀਆਂ ਬਾਹਰ ਖਲੋਤਾ ਰਿਹਾ ਪਰ ਮਹਾਰਾਜ ਨੇ ਦਰਸ਼ਨ ਨਹੀਂ ਸਨ ਦਿੱਤੇ। ਨੈ ਮਲੇਸ਼ ਕੋ ਦਰਸ਼ਨ ਦੇ ਹੈ। ਸੋ ਇਹ ਇੱਕੋ ਇੱਕ ਘਰ ਆ ਗੁਰੂ ਨਾਨਕ ਦਾ ਜਿਹੜਾ ਸਾਡੀ ਬਾਂਹ ਫੜ ਸਕਦਾ। ਕਿਰਪਾ ਰਾਮ ਦੱਤ ਪੰਡਤਾਂ ਦੇ ਮੁਖੀ ਬਣ ਕਰਕੇ ਤੇ ਆਨੰਦਪੁਰ ਸਾਹਿਬ ਪਹੁੰਚਿਆ। ਸੱਚੇ ਪਾਤਸ਼ਾਹ ਮਹਾਰਾਜ ਉਸ ਵੇਲੇ ਅਸਥਾਨ ਉੱਥੇ ਗੁਰਦੁਆਰਾ ਹੈ ਜੀ ਥੜਾ ਸਾਹਿਬ। ਮਹਾਰਾਜ ਉਸ ਅਸਥਾਨ 'ਤੇ ਬੈਠੇ ਹੋਏ ਨੇ।
महाराज ने पूछया कित्थों आए। हत्थ विच जंजू पकड़े हुए ने, अखां दे विच अथरू ने, बच्चे रोंदे कुरलाउंदे पए ने। महाराज ने पूछया कित्थों आए ते कौन। ते इतिहास बचन लिखता है, दुखी विपर चल आए पुरी आनंद, बांह साडी पकड़िए हर गोबिंद के नंद। कि असीं दुखी विपर, असीं कश्मीर तो चल के आए हाँ, ते साडा तिलक, साडा जंजू, साडा देवालिया, साडा शिवालिया, साडे धर्म ग्रंथ, साडी गीता, साडे वेद सब खतरे विच ने। साडी बांह फड़ना करो। गुरु हरगोबिंद साहब महाराज जी दे सपुत्र धन गुरु तेग बहादुर महाराज जी, सतगुरु महाराज गंभीर ने उस वेले। ते इतिहास ये बचन कहता है कि उस वेले 9 साल की उम्र च गोबिंद राय बाहरों खेडते हुए जो अंदर आते हैं तो देखा कि दरबार विच संगत भी बिल्कुल शांत रूप दे विच बैठी आ, सारे पासे चुप वरती हुई आ। चुप्पी नूं तोड़दिया होया गोबिंद राय जी ने पूछा, पिता जी ये कौन ने, हत्थां दे विच जनेऊ पकड़े ने, अखां चों अथरू डिगदे ने, बच्चे रोंदे पे ने। महाराज पिता जी ये क्यों रोंदे पे ने। सतगुरु महाराज ने कहा, इन्हां दा तिलक जंजू, धार्म अस्थान, धार्मिक चिन्ह, धार्मिक ग्रंथ सब खतरे विच ने। इन्हां नूं औरंगजेब जबरी इस्लाम विच लैके आउणा चाहुंदा है। एक इतिहास का पक्ष है कि अज भी जम्मू कश्मीर दे विच खखे ते बब्बे पठान मिलते हैं। खखे पठान वो सन जिहड़े खत्रियां तो कन्वर्ट हो के इस्लाम दे विच आए। बब्बे पठान वो सन जिहड़े ब्राह्मणां तो कन्वर्ट हो करके इस्लाम के दायरे विच आए। इस करके जिहड़े सन सतगुरु महाराज जी की हजूरी विच पहुँचे सन कि साडा धर्म, अकीदा, भरोसा, ग्रंथ, तिलक जंजू सब बच जाए। सतगुरु महाराज सच्चे पातशाह नूं गोबिंद राय सतगुरु जी आखदे ने, पिता जी कि इन्हां दा धर्म चिन्ह बच नहीं सकते। सतगुरु महाराज आखदे ने, हाँ बच सकते हैं जेकर कोई इन्हां दे वास्ते बलिदान दवे। गुरु गोबिंद राय जी सच्चे पातशाह महाराज आखदे ने, पिता जी फिर तुहाडे तो वड्डा सतपुरख किहड़ा है जिहड़ा आगू बन करके इन्हां वास्ते बलिदान दवे। गुरु तेग बहादुर महाराज मुस्कुरा के आखदे ने, पुत्र मैं यही चाहुंदा सी कि तू इस तरह आखें। सतगुरु महाराज ने उन्होंने कहा, मेरे बच्चों जाओ घरी जाओ, सिर दे के धर्म बचावांगा मैं, हिंदू धर्म के बुझ दे दीवियां विच लहू अपना पा के जगावांगा मैं। गुरु तेग बहादुर महाराज ने उन्होंने कह के तोरिया कि औरंगजेब नूं जाके कहो कि साडा आगू गुरु तेग बहादुर है, जेकर वो इस्लाम कबूल कर दे तो असीं भी इस्लाम कबूल कर लवांगे। महाराज सच्चे पातशाह तो भरोसा लै करके ये पंडित वापस आए। सतगुरु महाराज उत्थे फिर तैयारी की। महाराज जी ने परिवार छड्डण वास्ते, बाहर तोड़न वास्ते आया। उस वेले सतगुरु महाराज जी ने माता गुजरी जी हाथ जोड़ के आखदे ने कि मेरे वास्ते की हुक्म। कह लगे कि समा बहुत आवेगा, पहाड़ हिलणगे, हो सकता है कि समुंदर सुक जान, हो सकता है कि चंद्रमा जिहड़ा है वो तप जाए, सूरज ठंडा हो जाए, पर गुजरी जी भावें किन्ना भी जुल्म आवेगा तुसी कदी नहीं डोलोगे। उस वेले सतगुरु महाराज जी के माता जी ने कहा, पुत्र मैं तेरा चेहरा वापस परत के भी हसदा होया देखना चाहुंदी हाँ। सतगुरु महाराज के नाल 5 सिख गए, भाई मती दास, सती दास, भाई दयाला जी, भाई गुरदित्ता जी ते भाई ऊदा जी, ये 5 सिख गए। सतगुरु महाराज नूं आगरे तो गिरफ्तार किया गया। महाराज नूं लाल किले दे विच पहली पेशी की गई। काजी अब्दुल वाहब वोरा जिहड़े सन वो सारी पेशी देखी। औरंगजेब हुक्म करके गया सी किसी भी तरीके नाल सिखां दे गुरु हिंदुआं दे आगू नूं जिहड़ा है वो ईन जरूर मनाउणी है। उत्थे फिर ये सारे जिहड़ा समय दे दौरान महाराज जी नूं तंग पिंजरे विच भी रखिया गया। 10 नवंबर सन 1675 नूं महाराज जी दे सामने 3 सिखां नूं शहीद किया गया। भाई मती दास नूं आरियां दे नाल फट्टियां दे विच पीड़ करके बन दिता, सिर दे उत्ते आरा रख के भाई साहब जी दे शरीर दे 2 टुकड़े कर दिते ते उन्हां टुकड़ियां दे विचों भी जपजी साहब दी आवाज़ आई। भाई दयाला जी नूं देग विच उबाल करके उत्ते ढक्कन ला दिता गया। उन्हां दे शरीर दे विचों हड्डियां ते मांस वख-वख हो गया। उन्हां शहादत दा जाम पीता। सतगुरु महाराज जी दे सामने ही भाई सती दास जिहड़े सन उन्हां नूं रूह विच लपेट के पैरां वाले पासियों अग लाई। वो परवाना गुरु तो कुर्बान हो गया। सतगुरु महाराज जी के चरणों तो निशावर हो गया तो शहादत का जाम पीता। 11 नवंबर सन 1675 सतगुरु महाराज
ਉਹਨਾਂ ਨੂੰ ਕਿਹਾ ਗਿਆ ਕਿ ਜਾਂ ਇਸਲਾਮ ਕਬੂਲ ਕਰੋ ਜਾਂ ਕਰਾਮਾਤ ਦਿਖਾਓ, ਤੇ ਨਹੀਂ ਤਾਂ ਤੁਹਾਡਾ ਸੀਸ ਜਿਹੜਾ ਹੈ ਉਹ ਧੜ ਤੋਂ ਵੱਖ ਕੀਤਾ ਜਾਏਗਾ। ਸਤਿਗੁਰੂ ਮਹਾਰਾਜ ਨੇ ਕਿਹਾ ਕਿ ਕਰਾਮਾਤ ਅਸੀਂ ਦਿਖਾਉਣੀ ਕੋਈ ਨਹੀਂ, ਧਰਮ ਅਸੀਂ ਦੂਜੇ ਦਾ ਬਚਾਉਣ ਵਾਸਤੇ ਆਏ ਹਾਂ। ਕਹਿੰਦੇ ਕੀ ਲੈਣਾ ਜਨੇਊ ਤੇ ਤਿਲਕਣਾ, ਤੁਹਾਡਾ ਕੀ ਵਾਸਤਾ? ਸਤਿਗੁਰੂ ਮਹਾਰਾਜ ਕਹਿੰਦੇ ਨਹੀਂ, ਵਾਸਤਾ ਭਾਵੇਂ ਕੋਈ ਨਹੀਂ, ਪਰ ਜਿਹੜਾ ਗੁਰੂ ਨਾਨਕ ਦੀ ਸ਼ਰਨ ਵਿੱਚ ਆਏਗਾ ਗੁਰੂ ਨਾਨਕ ਉਹਦੀ ਸਹਾਇਤਾ ਜ਼ਰੂਰ ਕਰੇਗਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੂੰ 11 ਨਵੰਬਰ ਨੂੰ ਮਹਾਰਾਜ ਨੂੰ ਪੁੱਛਿਆ ਗਿਆ ਆਖਰੀ ਇੱਛਾ। ਮਹਾਰਾਜ ਨੇ ਕਿਹਾ ਇੱਕ ਅਸੀਂ ਇਸ਼ਨਾਨ ਕਰਨਾ ਹੈ, ਦੂਸਰਾ ਅਸੀਂ ਗੁਰੂ ਨਾਨਕ ਦੀ ਜਪਜੀ ਸਾਹਿਬ ਦਾ ਪਾਠ ਕਰਾਂਗੇ, ਉਸ ਤੋਂ ਬਾਅਦ ਵਿੱਚ ਤੁਸੀਂ ਤਲਵਾਰ ਚਲਾ ਲਿਓ। ਮਹਾਰਾਜ ਨੇ ਉਹ ਖੂਹੀ ਅੱਜ ਵੀ ਮੌਜੂਦ ਹੈ ਗੁਰਦੁਆਰਾ ਸੀਸਗੰਜ ਸਾਹਿਬ, ਬਿਲਕੁਲ ਥੱਲੜੇ ਪਾਸੇ ਉਹ ਖੂਹ ਹੈ ਜਿੱਥੇ ਮਹਾਰਾਜ ਨੇ ਇਸ਼ਨਾਨ ਕੀਤਾ। ਮਹਾਰਾਜ ਦਾ ਉਹ ਸਥਾਨ ਜਿੱਥੇ ਬੈਠਿਆਂ ਮਹਾਰਾਜ ਜੀ ਦਾ ਸਿਰ ਕਲਮ ਕੀਤਾ ਗਿਆ, ਮਹਾਰਾਜ ਜੀ ਨੂੰ ਸ਼ਹੀਦ ਕੀਤਾ ਗਿਆ। ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਸਥਾਨ ਬਿਲਕੁਲ ਦਰਬਾਰ ਜਿੱਥੇ ਪ੍ਰਕਾਸ਼ ਸਥਾਨ ਹੈ ਉਹਦੇ ਥੱਲੇ ਹੈ। ਮਹਾਰਾਜ ਨੂੰ ਜਲਾਦ ਨੇ ਆ ਕੇ ਆਖਿਆ, ਜਲਾਲੂਦੀਨ ਆਖਦਾ ਏ, ਕਹਿਣ ਲੱਗਾ ਸੀ ਖਾਨਦਾਨੀ ਜਲਾਦ ਹਾਂ, ਮੇਰੇ ਹੱਥ ਨਹੀਂ ਕੰਬੇ ਕਦੀ ਵੀ, ਦੇਖ ਜ਼ਿੰਦਗੀ ਬਚ ਸਕਦੀ ਏ। ਗੁਰੂ ਤੇਗ ਬਹਾਦਰ ਮਹਾਰਾਜ ਆਖਣ ਲੱਗੇ ਜੇ ਤੂੰ ਖਾਨਦਾਨੀ ਜਲਾਦ ਹੈ ਤਾਂ ਅਸੀਂ ਖਾਨਦਾਨੀ ਸ਼ਹੀਦ ਹਾਂ। ਮਹਾਰਾਜ ਜੀ ਦੇ ਉਹ ਬਚਨਾਂ ਨੂੰ ਇੱਕ ਵਿਦਵਾਨ ਸੱਜਣ ਲਿਖਦਾ ਏ, ਮੈਂ ਹਾਂ ਤੇਗ ਤੇ ਕੱਢ ਲੈ ਤੇਗ ਤੂੰ ਵੀ, ਇੱਕ ਦੋ ਨਹੀਂ ਪਰਖ ਲੈ 100 ਤੇਗਾਂ, ਮੈਂ ਜੰਮਦਿਆਂ ਤੇਗਾਂ ਦੀ ਸ਼ਾਂ ਮਾਣੀ, ਮੇਰੇ ਸਾਵੇਂ ਨਹੀਂ ਸਕਦੀਆਂ ਹੋ ਤੇਗਾਂ, ਮੇਰੇ ਪਿਤਾ ਦੀ ਤੇਗ ਦੇ ਸਾਹਮਣੇ ਰਿਹਾ ਪਰਖਦਾ ਤੇਰਾ ਪਿਓ ਤੇਗਾਂ, ਮੇਰੇ ਪੁੱਤਰ ਦੀ ਟੇਕ ਵਿੱਚੋਂ ਜਿਹੜੀ ਤੇਗ ਨਿਕਲੂ ਲੱਖਾਂ ਲੈਣਗੀਆਂ ਤੇਰੀਆਂ ਖੋ ਤੇਗਾਂ। ਮਹਾਰਾਜ ਕਹਿੰਦੇ ਸਾਡੇ ਖਾਨਦਾਨ ਵਿੱਚੋਂ ਸ਼ਹੀਦ ਜੰਮਣੋਂ ਨਹੀਂ ਹਟਣੇ, ਤੇਰੇ ਖਾਨਦਾਨ ਵਿੱਚੋਂ ਜਲਾਦ ਜੰਮਣੇ ਜ਼ਰੂਰ ਹਟ ਜਾਣਗੇ। ਬਾਬਾ ਬੰਦਾ ਸਿੰਘ ਬਹਾਦਰ ਨੇ ਉਹਦਾ ਖਾਨਦਾਨ ਖਤਮ ਕੀਤਾ ਸੀ। ਅਖੀਰ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਸੀਸ ਦੇ ਉੱਪਰ ਤਲਵਾਰ ਚਲਾਈ ਗਈ, ਮਹਾਰਾਜ ਜੀ ਦਾ ਸੀਸ ਧੜ ਤੋਂ ਵੱਖ ਹੋਇਆ। ਭਾਈ ਜੈਤਾ ਜੀ ਉਹਨਾਂ ਨੇ ਟੋਕਰੀ ਵਿੱਚ ਸੀਸ ਰੱਖ ਕਰਕੇ, ਉਸ ਵੇਲੇ ਹਨੇਰ ਚੱਲਿਆ, ਚਾਰੇ ਪਾਸੇ ਲੋਕ ਦੌੜੇ, ਤੇ ਬਾਬਾ ਭਾਈ ਜੈਤਾ ਸਾਹਿਬ ਜੀ ਜਿਨ੍ਹਾਂ ਨੂੰ ਕੌਮ ਕਹੇ ਕਿ ਇਹ ਜਿੰਦਾ ਸ਼ਹੀਦ ਨੇ, ਉਹਨਾਂ ਨੇ ਟੋਕਰੀ ਦੇ ਵਿੱਚ ਸੀਸ ਰੱਖਿਆ। 5 ਪੜਾਅ ਕਰਕੇ ਆਨੰਦਪੁਰ ਸਾਹਿਬ ਪਹੁੰਚੇ। ਸਤਿਗੁਰੂ ਮਹਾਰਾਜ ਜੀ ਦਾ ਧੜ ਬਾਬਾ ਲੱਖੀ ਸ਼ਾਹ ਬੰਜਾਰੇ ਨੇ, ਉਹਨਾਂ ਨੇ ਰੂੰ ਦੇ ਗੱਡਿਆਂ ਦੇ ਵਿੱਚ ਰੱਖ ਕਰਕੇ ਆਪਣੇ ਘਰ ਰਕਾਬਗੰਜ ਖੜਿਆ। ਸਤਿਗੁਰੂ ਮਹਾਰਾਜ ਜੀ ਦੇ ਧੜ ਦਾ ਸੰਸਕਾਰ ਜਿਹੜਾ ਸੀ ਉਹ ਰਕਾਬਗੰਜ ਸਥਾਨ ਤੇ ਭਾਈ ਲੱਖੀ ਸ਼ਾਹ ਬੰਜਾਰੇ ਨੇ ਕੀਤਾ। ਘਰ ਨੂੰ ਅੱਗ ਲਾ ਕਰਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਸੀਸ ਝੁਕਾ ਕੇ ਆਪਣਾ ਫਰਜ਼ ਨਿਭਾ ਦਿੱਤਾ। ਭਾਈ ਜੇਤਾ ਜੀ ਕੀਰਤਪੁਰ ਸਾਹਿਬ ਦੀ ਧਰਤੀ ਤੇ ਗੁਰਦੁਆਰਾ ਬਿਬਾਨਸਰ ਉੱਥੇ ਸੀਸ ਲੈ ਕਰਕੇ ਪਹੁੰਚੇ ਸੀ। ਗੁਰੂ ਗੋਬਿੰਦ ਰਾਏ ਜੀ, ਮਾਤਾ ਗੁਜਰੀ ਜੀ, ਮਾਤਾ ਨਾਨਕੀ ਜੀ ਨੇ ਉੱਥੇ ਗੁਰਾਂ ਦੇ ਸੀਸ ਦੇ ਦਰਸ਼ਨ ਕੀਤੇ, ਤੇ ਮਾਤਾ ਨਾਨਕੀ ਨੇ ਕਿਹਾ ਸੀ ਜਿਵੇਂ ਵਾਅਦਾ ਕਰਕੇ ਪੁੱਤਰ ਗਿਆ ਸੀ ਨਾ, ਉਵੇਂ ਤੇਰਾ ਚਿਹਰਾ ਸੱਚੀ ਮੁੱਚੀ ਹੁਣ ਵੀ ਮੁਸਕਰਾਉਂਦਾ ਪਿਆ ਹੈ। ਸੀਸਗੰਜ ਦੇ ਅਸਥਾਨ ਤੇ ਆਨੰਦਪੁਰ ਸਾਹਿਬ ਵਿਖੇ ਸਤਿਗੁਰੂ ਮਹਾਰਾਜ ਜੀ ਦੇ ਸੀਸ ਦਾ ਸੰਸਕਾਰ ਕੀਤਾ। ਗੁਰੂ ਤੇਗ ਬਹਾਦਰ ਮਹਾਰਾਜ ਐਸੇ ਗੁਰੂ ਨੇ ਜਿਨ੍ਹਾਂ ਦੇ ਸਰੀਰ ਦੇ 2 ਥਾਵਾਂ ਤੇ ਸੰਸਕਾਰ ਹੋਏ, ਇੱਕ ਰਕਾਬਗੰਜ, ਦੂਸਰਾ ਆਨੰਦਪੁਰ ਸਾਹਿਬ ਸੀਸਗੰਜ ਵਿਖੇ। ਸਤਿਗੁਰੂ ਮਹਾਰਾਜ ਬਾਰੇ ਬਚਨ ਕਹੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਠੀਕਰ ਫੋਰ ਦਲੀ ਸਿਰ ਪ੍ਰਭਪੁਰ ਕੀਆ ਪਿਆਨ, ਤੇਗ ਬਹਾਦਰ ਸੀ ਕਿਰਿਆ ਕਰਹੀ ਨਾ ਕਿਨਹੂ ਆਨ, ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਕ, ਹੈ ਸਭ ਜਗ ਭਇਓ, ਜੈ 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 ਸੁਰਲੋਕ। ਸਤਿਗੁਰੂ ਮਹਾਰਾਜ ਤਿਲਕ ਜੰਨੂ ਰਾਖਾ ਪ੍ਰਭ ਤਾਕਾ, ਕੀਨੋ ਬਡੋ ਕਲੂ ਮੈਂ ਸਾਕਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਦੀ ਅੱਜ ਸ਼ਹਾਦਤ ਦਾ ਦਿਹਾੜਾ ਹੈ, ਤੇ ਆਓ ਐਸੇ ਸਤਿਗੁਰੂ ਦੇ ਚਰਨਾਂ ਵਿੱਚ ਸੀਸ ਝੁਕਾਈਏ ਤੇ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਕਰੀਏ, ਸੱਚੇ ਪਾਤਸ਼ਾਹ ਮਹਾਰਾਜ ਅਸੀਂ ਬਾਣੀ ਨਾਲ ਜੁੜ ਚੁੱਕੀਏ, ਅਸੀਂ ਬਾਣੀ ਨਾਲ ਜੁੜ ਕਰਕੇ ਹਮੇਸ਼ਾ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮ ਉਹਦੀ ਤਾਬਿਆ ਵਿੱਚ ਰਹਿ ਸਕੀਏ, ਉਹਦੇ ਹੁਕਮ ਦੇ ਥੱਲੇ ਰਹਿ ਕਰਕੇ ਜੀਵਨ ਬਤੀਤ ਕਰ ਸਕੀਏ। ਜਪਜੀ ਸਾਹਿਬ ਦਾ ਪਾਠ ਅੱਜ ਦੇ ਦਿਨ ਜ਼ਰੂਰ ਕਰਿਓ, ਜਿਸ ਜਪਜੀ ਨੂੰ ਗੁਰੂ ਤੇਗ ਬਹਾਦਰ ਮਹਾਰਾਜ ਨੇ ਸ਼ਹਾਦਤ ਤੋਂ ਪਹਿਲਾਂ ਵੀ ਪੜ੍ਹਿਆ ਹੈ। ਸੋ ਇਹ ਸਮੁੱਚਾ ਇਤਿਹਾਸ ਸਮੇਂ ਦੇ ਵਿੱਚ ਰਹਿ ਕਰਕੇ ਆਪ ਜੀ ਦੇ ਨਾਲ ਸਾਂਝਾ ਕੀਤਾ ਹੈ। ਆਸ ਕਰਦੇ ਹਾਂ ਆਪ ਜੀ ਇਤਿਹਾਸ ਤੋਂ ਸੇਧ ਲੈ ਕਰਕੇ ਜੀਵਨ ਦੇ ਵਿੱਚ ਮਹਾਰਾਜ ਜੀ ਦੀ ਬਖਸ਼ਿਸ਼ ਮਾਣੋਗੇ। ਬੋਲਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।